Hello students, welcome to history class। ਸਾਡਾ ਕੁਐਸਚਨ ਚੱਲ ਰਿਹਾ ਸੀ ਮਹਾਵੀਰ ਸਵਾਮੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਦੇ 5 ਪੁਆਇੰਟਸ ਦੀ ਚਰਚਾ ਕਰ ਚੁੱਕੇ ਸੀ। ਅੱਜ ਅਸੀਂ ਉਸ ਤੋਂ ਅੱਗੇ ਜਾਰੀ ਰੱਖਾਂਗੇ। ਅਗਲੀ ਸਿੱਖਿਆ ਹੈ ਕਠੋਰ ਤਪ। ਜੈਨ ਧਰਮ ਵਿੱਚ ਕਠੋਰ ਤਪ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਕਠੋਰ ਤਪ ਦੁਆਰਾ ਹੀ ਮਨੁੱਖ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹ ਨਿਰਵਾਣ ਨੂੰ ਪ੍ਰਾਪਤ ਕਰ ਸਕਦਾ ਹੈ। ਮਹਾਵੀਰ ਸਵਾਮੀ ਨੇ ਖੁਦ 12 ਸਾਲਾਂ ਤੱਕ ਕਠੋਰ ਤਪ ਕਰਨ ਦੇ ਬਾਅਦ ਹੀ ਸਰਵੋੱਚ ਗਿਆਨ ਪ੍ਰਾਪਤ ਕੀਤਾ ਸੀ। ਇਹਨਾਂ ਸਾਲਾਂ ਦੇ ਦੌਰਾਨ ਉਹ ਭੁੱਖੇ ਪਿਆਸੇ ਰਹੇ ਅਤੇ ਆਪਣੇ ਸਰੀਰ ਨੂੰ ਉਹਨਾਂ ਨੇ ਅਨੇਕ ਕਸ਼ਟ ਦਿੱਤੇ। ਉਹਨਾਂ ਨੇ ਆਪਣੇ ਚੇਲਿਆਂ ਨੂੰ ਵੀ ਇਹੀ ਉਪਦੇਸ਼ ਦਿੱਤਾ ਸੀ। ਅਗਲੀ ਸਿੱਖਿਆ ਹੈ ਉਹਨਾਂ ਦੀ ਪੰਚ ਮਹਾਵਰਤ। ਇਹ ਛੋਟਾ ਕੁਐਸਚਨ ਇੰਪੋਰਟੈਂਟ ਹੈ। ਜੈਨ ਧਰਮ ਦੇ ਅਨੁਸਾਰ ਮਨੁੱਖ ਨੂੰ ਆਪਣੇ ਜੀਵਨ ਵਿੱਚ 5 ਮਹਾਵਰਤਾਂ ਯਾਨੀ ਨਿਯਮਾਂ ਦਾ ਪਾਲਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦੇ ਅਨੁਸਾਰ ਪਹਿਲਾ ਹੈ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਦੂਜਾ, ਉਸ ਨੂੰ ਅਹਿੰਸਾ ਦੀ ਨੀਤੀ ਦਾ ਪਾਲਨ ਕਰਨਾ ਚਾਹੀਦਾ ਹੈ। ਤੀਜਾ, ਉਸ ਨੂੰ ਇਹ ਜਿਹੀ ਕੋਈ ਵੀ ਵਸਤੂ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਜੋ ਉਸ ਨੂੰ ਦਾਨ ਵਿੱਚ ਪ੍ਰਾਪਤ ਨਾ ਹੋਈ ਹੋਵੇ। ਚੌਥਾ ਹੈ ਉਸ ਨੂੰ ਆਪਣੇ ਕੋਲ ਧਨ ਨਹੀਂ ਰੱਖਣਾ ਚਾਹੀਦਾ ਹੈ ਯਾਨੀ ਜ਼ਰੂਰਤ ਤੋਂ ਜ਼ਿਆਦਾ ਨਹੀਂ ਰੱਖਣਾ ਚਾਹੀਦਾ ਹੈ। ਅਤੇ ਪੰਜਵਾਂ ਨਿਯਮ ਹੈ ਉਸ ਨੂੰ ਬ੍ਰਹਮਚਾਰੇ ਦਾ ਪਾਲਨ ਕਰਨਾ ਚਾਹੀਦਾ ਹੈ। ਇਹਨਾਂ ਵਿੱਚੋਂ ਪਹਿਲੇ 4 ਸਿਧਾਂਤਾਂ ਦਾ ਪ੍ਰਚਲਨ ਜੈਨ ਤੀਰਥੰਕਰ ਪਾਸ਼ਰਵਨਾਥ ਨੇ ਕੀਤਾ ਸੀ, ਜਦਕਿ 5ਵਾਂ ਸਿਧਾਂਤ ਬ੍ਰਹਮਚਰਯ ਮਹਾਵੀਰ ਸਵਾਮੀ ਦੁਆਰਾ ਦਿੱਤਾ ਗਿਆ ਸੀ। ਅਗਲੀ ਸਿੱਖਿਆ ਹੈ ਅਨੇਕਾਂਤਵਾਦ। ਜੈਨ ਧਰਮ ਦਾ ਇੱਕ ਪ੍ਰਮੁੱਖ ਸਿਧਾਂਤ ਅਨੇਕਾਂਤਵਾਦ ਹੈ। ਇਸ ਦੇ ਅਨੁਸਾਰ ਜਿਸ ਤਰ੍ਹਾਂ ਜੀਵ ਵੱਖ-ਵੱਖ ਹੁੰਦੇ ਹਨ, ਉਸੇ ਤਰ੍ਹਾਂ ਉਹਨਾਂ ਦੀ ਆਤਮਾਵਾਂ ਵੀ ਵੱਖ-ਵੱਖ ਹੁੰਦੀਆਂ ਹਨ। ਜੇਕਰ ਸਾਰੇ ਜੀਵਾਂ ਵਿੱਚ ਕੇਵਲ ਇੱਕ ਹੀ ਤਰ੍ਹਾਂ ਦੀ ਆਤਮਾ ਹੁੰਦੀ ਤਾਂ ਉਹ ਇੱਕ ਦੂਜੇ ਤੋਂ ਅਲੱਗ ਰੂਪ ਵਿੱਚ ਨਹੀਂ ਪਛਾਣੇ ਜਾ ਸਕਦੇ ਸਨ ਅਤੇ ਨਾ ਹੀ ਉਹਨਾਂ ਦੀਆਂ ਅਲੱਗ-ਅਲੱਗ ਗਤੀਵਿਧੀਆਂ ਹੋਣੀਆਂ ਸਨ। ਜੈਨ ਧਰਮ ਦੇ ਅਨੁਸਾਰ ਪ੍ਰਾਣੀਆਂ ਵਿੱਚ ਹੀ ਨਹੀਂ ਬਲਕਿ ਜੜ ਵਸਤੂਆਂ ਵਿੱਚ ਵੀ ਆਤਮਾ ਹੁੰਦੀ ਹੈ। ਆਤਮਾਵਾਂ ਪਦਾਰਥ ਤੋਂ ਅਲੱਗ ਹੁੰਦੀਆਂ ਹਨ ਅਤੇ ਜਿਸ ਸਰੀਰ ਵਿੱਚ ਉਹ ਰਹਿੰਦੀਆਂ ਹਨ ਉਸ ਦੇ ਅਨੁਸਾਰ ਉਹਨਾਂ ਦਾ ਆਕਾਰ ਅਤੇ ਸਵਰੂਪ ਪਰਿਵਰਤਿਤ ਜਾਂ ਬਦਲਦਾ ਰਹਿੰਦਾ ਹੈ। ਅਗਲੀ ਸਿੱਖਿਆ ਹੈ ਸਮਾਨਤਾ ਵਿੱਚ ਵਿਸ਼ਵਾਸ। ਜੈਨ ਧਰਮ ਸਮਾਨਤਾ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਦੇ ਅਨੁਸਾਰ ਸਾਰੇ ਮਨੁੱਖ ਸਮਾਨ ਹਨ। ਇਸੇ ਲਈ ਮਨੁੱਖਾਂ ਨੂੰ ਅਮੀਰ, ਗਰੀਬ ਅਤੇ ਜਾਤ-ਪਾਤ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮਹਾਵੀਰ ਸਵਾਮੀ ਨੇ ਜੈਨ ਧਰਮ ਦੇ ਦਰਵਾਜ਼ੇ ਇਸਤਰੀਆਂ ਦੇ ਲਈ ਵੀ ਖੋਲ੍ਹ ਦਿੱਤੇ। ਇਸ ਤਰ੍ਹਾਂ ਉਹਨਾਂ ਨੇ ਪੁਰਸ਼ਾਂ ਅਤੇ ਇਸਤਰੀਆਂ ਦੀ ਸਮਾਨਤਾ ਦਾ ਪ੍ਰਚਾਰ ਕੀਤਾ। ਅਗਲਾ ਪੁਆਇੰਟ ਹੈ ਸ਼ੁੱਧ ਆਚਰਣ 'ਤੇ ਜ਼ੋਰ। ਮਹਾਵੀਰ ਸਵਾਮੀ ਨੇ ਬਾਹਰੀ ਕਰਮਕਾਂਡਾਂ ਨੂੰ ਨਿਰਰਥਕ ਦੱਸਿਆ। ਉਹਨਾਂ ਦੇ ਅਨੁਸਾਰ ਕੇਵਲ ਉਹੀ ਵਿਅਕਤੀ ਸ੍ਰੇਸ਼ਟ ਹੈ
ਜੋ ਸਦਾਚਾਰ ਦੇ ਗੁਣਾਂ ਤੋਂ ਯੁਕਤ ਹੈ ਅਤੇ ਮਨੁੱਖਾਂ ਨੂੰ ਚੋਰੀ, ਝੂਠ, ਚੁਗਲੀ, ਘ੍ਰਿਣਾ, ਲਾਲਚ, ਹਿੰਸਾ, ਕ੍ਰੋਧ ਅਤੇ ਛਲ ਆਦਿ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਅਲੱਗ ਗੱਲ ਹੈ ਕਿ ਲੋਕ ਰਹਿੰਦੇ ਨਹੀਂ ਹੈ। ਮਹਾਵੀਰ ਸਵਾਮੀ ਨੇ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਦਾ ਕਥਨ ਸੀ ਕਿ ਮਨੁੱਖਾਂ ਨੂੰ ਪਾਪੀ ਤੋਂ ਨਹੀਂ ਬਲਕਿ ਪਾਪ ਤੋਂ ਨਫ਼ਰਤ ਕਰਨੀ ਚਾਹੀਦੀ ਹੈ। ਮਹਾਵੀਰ ਸਵਾਮੀ ਦੀ ਅਗਲੀ ਸਿੱਖਿਆ ਹੈ ਤੀਰਥੰਕਰਾਂ ਦੀ ਪੂਜਾ। ਜੈਨ ਧਰਮ ਦੇ ਅਨੁਯਾਈ ਪਰਮਾਤਮਾ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਬੜੀ ਅਜੀਬ ਗੱਲ ਹੈ ਕਿ ਧਰਮ ਹੈ ਤੇ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਹੈ। ਉਹ ਆਪਣੇ 24 ਤੀਰਥੰਕਰਾਂ ਨੂੰ ਸਰਵੋੱਚ ਸ਼ਕਤੀਮਾਨ ਮੰਨਦੇ ਹਨ ਅਤੇ ਉਹ ਉਹਨਾਂ ਦੀ ਪੂਜਾ ਤੇ ਉਪਾਸਨਾ ਕਰਦੇ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਇਹਨਾਂ ਤੀਰਥੰਕਰਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਮਨੁੱਖ ਨਿਰਵਾਣ ਦੀ ਪ੍ਰਾਪਤੀ ਕਰ ਸਕਦਾ ਹੈ। ਅਗਲਾ ਪੁਆਇੰਟ ਹੈ ਈਸ਼ਵਰ ਦੀ ਹੋਂਦ ਵਿੱਚ ਇਹ ਵਿਸ਼ਵਾਸ। ਜੈਨ ਧਰਮ ਦਾ ਈਸ਼ਵਰ ਦੇ ਅਸਤਿਤਵ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਹੈ। ਇਹ ਧਰਮ ਈਸ਼ਵਰ ਨੂੰ ਸ੍ਰਿਸ਼ਟੀ ਦਾ ਰਚయిਤਾ ਨਹੀਂ ਸਮਝਦਾ। ਇਸ ਦਾ ਕਹਿਣਾ ਹੈ ਕਿ ਨਿਰਮਾਣਕਰਤਾ ਜਾਂ ਨਿਰਮਾਣ ਕਰਨ ਵਾਲੇ ਦੇ ਹੱਥ ਪੈਰ ਹੁੰਦੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਕੰਮ ਕਰਕੇ ਕਿਸੇ ਵਸਤੂ ਦਾ ਨਿਰਮਾਣ ਕਰਦਾ ਹੈ। ਕਿਉਂਕਿ ਈਸ਼ਵਰ ਨਿਰਾਕਾਰ ਹੈ ਜਾਂ ਜਿਸ ਦਾ ਕੋਈ ਰੂਪ ਨਹੀਂ ਹੈ, ਉਹ ਸ੍ਰਿਸ਼ਟੀ ਦਾ ਰਚਨਾਕਾਰ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਮਨੁੱਖ ਆਪਣੇ ਭਾਗ ਦਾ ਖੁਦ ਨਿਰਮਾਤਾ ਹੈ ਅਤੇ ਉਸ ਨੂੰ ਨਿਰਵਾਣ ਪ੍ਰਾਪਤੀ ਦੇ ਲਈ ਈਸ਼ਵਰ ਦੀ ਮਦਦ ਦੀ ਕੋਈ ਲੋੜ ਨਹੀਂ ਹੈ। ਅਗਲੀ ਸਿੱਖਿਆ ਹੈ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਇਹ ਵਿਸ਼ਵਾਸ। ਹਿੰਦੂ ਧਰਮ ਵਿੱਚ ਪਵਿੱਤਰ ਵੈਦਿਕ ਗ੍ਰੰਥਾਂ ਦੇ ਮੰਤਰਾਂ ਦਾ ਉਚਾਰਨ ਕਰਨਾ ਪ੍ਰਤੇਕ ਮਨੁੱਖ ਦਾ ਪਰਮ ਕਰਤੱਵ ਸਮਝਿਆ ਜਾਂਦਾ ਸੀ। ਮਹਾਵੀਰ ਸਵਾਮੀ ਦਾ ਕਥਨ ਸੀ ਕਿ ਵੇਦਾਂ ਦੀ ਰਚਨਾ ਈਸ਼ਵਰੀਏ ਗਿਆਨ ਤੋਂ ਨਹੀਂ ਹੋਈ ਹੈ ਅਤੇ ਵੇਦ ਮੰਤਰਾਂ ਨੂੰ ਪੜ੍ਹਨਾ ਬਿਲਕੁਲ ਵਿਅਰਥ ਹੈ। ਉਹਨਾਂ ਨੇ ਕੇਵਲ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਵਿਸ਼ਵਾਸ ਨਹੀਂ ਰੱਖਿਆ। ਉਹਨਾਂ ਦਾ ਕਹਿਣਾ ਸੀ ਕਿ ਸਾਰੀ ਭਾਸ਼ਾਵਾਂ ਹੀ ਪਵਿੱਤਰ ਹੁੰਦੀਆਂ ਹਨ ਅਤੇ ਉਹਨਾਂ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਲੋਕਾਂ ਵਿੱਚ ਪ੍ਰਚਲਿਤ ਅਰਧ ਮਗਧੀ ਭਾਸ਼ਾ ਵਿੱਚ ਕੀਤਾ ਸੀ। ਅਗਲੀ ਸਿੱਖਿਆ ਹਵਨਾਂ ਅਤੇ ਬਲੀਆਂ ਆਦਿ ਵਿੱਚ ਇਹ ਵਿਸ਼ਵਾਸ। ਸਵਾਮੀ ਮਹਾਵੀਰ ਨੇ ਉਸ ਸਮੇਂ ਹਿੰਦੂ ਧਰਮ ਵਿੱਚ ਪ੍ਰਚਲਿਤ ਹਵਨਾਂ, ਬਲੀਆਂ ਅਤੇ ਹੋਰ ਕਰਮਕਾਂਡਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਦੇ ਅਨੁਸਾਰ ਕੋਈ ਵੀ ਮਨੁੱਖ ਧਾਰਮਿਕ ਦਿਖਾਵੇ ਨਾਲ ਨਿਰਵਾਣ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜੈਨ ਧਰਮ ਵਿੱਚ ਲੋਕਾਂ ਨੂੰ ਇਹਨਾਂ ਅੰਧ ਵਿਸ਼ਵਾਸਾਂ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ। ਅਗਲੀ ਸਿੱਖਿਆ ਜਾਤੀ ਪ੍ਰਥਾ ਵਿੱਚ ਇਹ ਵਿਸ਼ਵਾਸ। ਜੈਨ ਧਰਮ ਜਾਤ ਪਾਤ ਜਿਹੋ ਜਿਹੀ ਪ੍ਰਥਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ। ਮਹਾਵੀਰ ਸਵਾਮੀ ਦਾ ਕਥਨ ਸੀ ਕਿ ਕੋਈ ਵੀ ਵਿਅਕਤੀ ਜਾਤੀ ਦੇ ਆਧਾਰ 'ਤੇ ਹੀ ਨਹੀਂ ਬਲਕਿ ਆਪਣੇ ਕਰਮਾਂ ਦੇ ਆਧਾਰ 'ਤੇ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਇਸ ਲਈ ਮਹਾਵੀਰ ਸਵਾਮੀ ਨੇ ਜੈਨ ਧਰਮ ਦੇ ਦਰਵਾਜ਼ੇ ਸਾਰੀ ਜਾਤੀਆਂ ਦੇ ਲਈ ਖੋਲ੍ਹ ਦਿੱਤੇ। ਅਸਲ ਵਿੱਚ ਇਹ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਸੀ। ਅੰਤਿਮ ਸਿੱਖਿਆ ਹੈ ਨਿਰਵਾਣ। ਮਹਾਵੀਰ ਸਵਾਮੀ ਦੇ ਅਨੁਸਾਰ ਮਨੁੱਖ ਦੇ ਜੀਵਨ ਦਾ ਪਰਮ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਹੈ। ਜੈਨ ਧਰਮ ਨੂੰ ਮੰਨਣ ਵਾਲੇ ਇਸ ਨੂੰ ਸਿੱਧਸ਼ੀਲ ਵੀ ਕਹਿੰਦੇ ਹਨ। ਨਿਰਵਾਣ ਦਾ ਅਰਥ ਆਵਾਗਮਨ ਦੇ ਚੱਕਰ ਤੋਂ ਮੁਕਤੀ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਦਾ ਸੰਸਾਰ ਵਿੱਚ ਜਨਮ ਮੌਤ ਦਾ ਚੱਕਰ ਸਮਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਪੂਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਆਨੰਦ ਦੀ ਸਥਿਤੀ ਵਿੱਚ ਪਹੁੰਚ ਕੇ ਮਨੁੱਖ ਨੂੰ ਸੁੱਖ
ਅਤੇ ਦੁੱਖ ਆਦਿ ਦੀ ਕੋਈ ਵੀ ਅਨੁਭੂਤੀ ਜਾਂ ਅਨੁਭਵ ਨਹੀਂ ਰਹਿ ਜਾਂਦਾ ਅਤੇ ਉਹ ਪਰਮ ਨਿਰਵਾਣ ਦੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਇਹ ਸਾਡਾ ਕੁਐਸਚਨ ਪੂਰਾ ਹੋ ਗਿਆ ਹੈ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਇਸ ਵਾਰ ਆਉਣ ਦੀ ਪੂਰੀ ਸੰਭਾਵਨਾ ਹੈ। ਮੈਂ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਨਾਲ ਨੋਟਸ ਬਣਾਉਂਦੀਆਂ ਹੋਵਗੀਆਂ ਤਾਂ ਕਿ ਤੁਸੀਂ ਐਗਜ਼ਾਮ ਦੇ ਵਿੱਚ ਵਧੇਰੇ ਅੰਕ ਪ੍ਰਾਪਤ ਕਰ ਸਕੋ। ਅਗਲੀ ਕਲਾਸ ਵਿੱਚ ਨਵੇਂ ਪ੍ਰਸ਼ਨ ਦੇ ਨਾਲ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਧੰਨਵਾਦ।